ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਇਆਂ। ਧੰਨਵਾਦ ਜੀ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੁਹਾਡੇ ਰਾਹੀਂ ਜੀ ਰੂਬਰੂ ਕਰਾਇਆ ਉਹਨਾਂ ਦੇ, ਤੁਹਾਡੀ ਬਹੁਤ ਮਿਹਰਬਾਨੀ ਜੀ। ਦੋਸਤੋ, ਸਿਆਸਤ ਦੀ ਤਸਵੀਰ ਦੇ ਵਿੱਚ ਜੋ ਕੁਝ ਸਾਹਮਣੇ ਦਿਖਦਾ ਹੁੰਦਾ ਉਹ ਸੱਚ ਨਹੀਂ ਹੁੰਦਾ। ਅੱਜ ਅਸੀਂ ਗੱਲਬਾਤ ਕਰਾਂਗੇ ਕੇਂਦਰੀ ਹਾਈ ਕਮਾਂਡ ਬੀਜੇਪੀ ਦੀ। ਦੇਖੋ, ਜਦੋਂ 3 ਖੇਤੀ ਕਾਨੂੰਨ ਆਏ ਸੀ ਉਦੋਂ ਵੀ ਅਸੀਂ ਇਹ ਗੱਲਬਾਤ ਕਰਦੇ ਸੀ ਕਿ ਬੀਜੇਪੀ ਦੇ ਆਪਸੀ ਕਾਡਰ ਦੇ ਵਿੱਚ ਸਭ ਕੁਝ ਠੀਕ ਨਹੀਂ ਹੈਗਾ। ਹੁਣ ਜਦੋਂ RSS ਇਸ ਗੱਲ ਤੇ ਉਹ ਖੜੇ ਨੇ ਕਿ ਅਸੀਂ ਪੋਸਟਰ ਬੁਆਏ ਬਣਾ ਕੇ ਯੋਗੀ ਨੂੰ ਉਭਾਰਨਾ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਅਸੀਂ ਲੈ ਕੇ ਜਾਣਾ, ਭਾਵੇਂ ਇਹ ਗੱਲ ਤਾਂ ਕਲੀਅਰ ਕਰ ਹੀ ਚੁੱਕੇ ਨੇ ਤਕਰੀਬਨ ਕਿ 24 ਦੀ ਚੋਣ ਤਾਂ ਨਰਿੰਦਰ ਮੋਦੀ ਲੜਨਗੇ, 29 ਦੀ ਚੋਣ ਨਹੀਂ ਲੜਨਗੇ। 29 ਤੇ ਗੱਲ ਕਹੀ ਜਾ ਰਹੀ ਹੈ ਕਿ ਯੋਗੀ ਆਦਿੱਤਿਆਨਾਥ ਪ੍ਰੋਜੈਕਟ ਹੋ ਸਕਦੇ ਨੇ 29 ਦੇ ਵਿੱਚ। ਕੀ ਆਪਸੀ ਜੋ ਖਾਨਾ ਜੰਗੀ ਹੈ 24 ਤੋਂ ਪਹਿਲਾਂ ਉਹ ਬਾਹਰ ਆ ਸਕਦੀ ਹੈ? ਕਿਉਂਕਿ ਯੂਪੀ ਦੇ ਵਿੱਚ ਪਿਛਲੇ ਦਿਨੀ ਪ੍ਰਚਾਰ ਕਰਦੇ ਹੋਏ ਅਮਿਤ ਸ਼ਾਹ ਨੇ ਵਿਅੰਗਮਈ ਰੂਪ ਦੇ ਵਿੱਚ ਕਿਹਾ ਸੀ ਕਿ ਯੋਗੀ ਨੂੰ ਅਸੀਂ ਪ੍ਰਧਾਨ ਮੰਤਰੀ ਸੰਭਾਵੀ ਤੌਰ ਤੇ ਦੇਖਦੇ ਹਾਂ। ਇਹ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਧਾਲੀਵਾਲ ਸਾਹਿਬ ਨਾਲ। ਧਾਲੀਵਾਲ ਸਾਹਿਬ ਜੀ, ਕੀ ਇੰਪੈਕਟ ਰਹੂਗਾ ਬੀਜੇਪੀ ਦੀ ਪੋਲਿਟਿਕਸ ਦੇ ਉੱਪਰ ਜੋ ਬਿਆਨਬਾਜ਼ੀ ਇਹ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ ਕਿ ਯੋਗੀ ਪ੍ਰਧਾਨ ਮੰਤਰੀ ਹੋਣਗੇ? ਦੇਖੋ, ਇਹ ਗੱਲ ਆਪਾਂ ਜਦੋਂ ਕਿਆਸ ਰਾਈਆਂ ਲਾਉਂਦੇ ਹਾਂ ਜਾਂ ਆਪਾਂ ਜਿਹੜੇ ਬਿਆਨ ਨੇ ਇਹ ਵਿੱਚ ਸਾਰਾ ਕੁਝ ਚੱਲਦਾ ਪਾਰਟੀਆਂ ਦਾ, ਜਦੋਂ ਇਹਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਪੜ੍ਹਦੇ ਹੋਏ ਇਹਨੂੰ ਅਰਥ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਅਰਥ ਨਿਕਲਦੇ ਜ਼ਰੂਰ ਨੇ। ਅਸਲ 'ਚ ਬੀਜੇਪੀ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਇਹਨੂੰ ਘਟਨਾ ਕਹਿ ਲਓ ਜਾਂ ਇਹਨੂੰ ਬਿਰਤਾਂਤ ਕਹਿ ਲਓ ਜਿਹੜਾ ਵਾਪਰਿਆ ਜੀ, ਉਹ ਇਹ ਵਾਪਰਿਆ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਦੀ ਅਗਵਾਈ 'ਚ ਬੀਜੇਪੀ ਦੀਆਂ 2 ਵਾਰੀ ਸਰਕਾਰਾਂ ਬਣੀਆਂ, ਉਦੋਂ ਮਤਲਬ ਬੀਜੇਪੀ ਕੋਲ ਇੱਕ ਲੀਡਰਾਂ ਦੀ ਕਤਾਰ ਸੀ। ਮਤਲਬ ਜਿਹਦੇ ਵਿੱਚ ਆਪਾਂ ਕਹੀਏ LK ਅਡਵਾਨੀ ਜੀ, ਉਸ ਤੋਂ ਬਾਅਦ ਮੁਰਲੀ ਮਨੋਹਰ ਜੋਸ਼ੀ ਜੀ, ਉਸ ਤੋਂ ਬਾਅਦ ਵੀ ਅੱਗੇ ਮਹਾਜਨ ਆਏ, ਉਸ ਤੋਂ ਬਾਅਦ ਕੁਦਰਤੀ ਜੇਤਲੀ ਜੀ ਦਾ ਨਾਂ ਉੱਭਰਿਆ, ਫਿਰ ਸੁਸ਼ਮਾ ਸਵਰਾਜ ਦਾ ਨਾਂ ਵੀ ਵੱਡਿਆਂ 'ਚ ਸੀ, ਇਹ ਵੀ ਵੱਡਿਆਂ 'ਚ ਹੀ ਸੀਗੇ, ਰਾਜਨਾਥ ਸਿੰਘ ਵਗੈਰਾ ਜਾਂ ਗਡਕਰੀ ਕਹਿ ਸਕਦੇ ਹੋ। ਪਰੰਤੂ ਕੀ ਹੋਇਆ ਕਿ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣਦੇ ਨੇ ਤੇ ਮੋਦੀ ਜੀ ਆਪ ਤੋਂ ਸਾਰੇ ਸੀਨੀਅਰ ਲੀਡਰਸ ਨੂੰ, ਵੱਡੀ ਉਮਰ ਦਿਆਂ ਨੂੰ, ਜਿਹੜੇ 2-3 ਸੀਗੇ, ਉਹਨਾਂ ਨੂੰ ਆਪਣੇ ਜਿਹੜੇ ਮਾਰਗਦਰਸ਼ਨ ਮੰਡਲ 'ਚ ਪਾ ਦਿੰਦੇ ਨੇ। ਤੇ ਜਿੰਨੇ ਇਹਨਾਂ ਤੋਂ ਫਿਰ ਭਾਵੇਂ ਉਹਨਾਂ ਨੂੰ ਜੂਨੀਅਰ ਕਹੀਏ ਜਾਂ ਕੀ ਕਹੀਏ, ਜਿਵੇਂ ਵੈਂਕਈਆ ਨਾਇਡੂ ਸੀ, ਇਹਨਾਂ ਤੋਂ ਪਹਿਲਾਂ ਪ੍ਰਧਾਨ ਰਹਿ ਚੁੱਕਿਆ ਸੀ, ਉਹ ਰਾਜਨਾਥ ਸਿੰਘ ਪ੍ਰਧਾਨ ਰਹਿ ਚੁੱਕਿਆ ਪਾਰਟੀ ਦਾ, ਇਹਨਾਂ ਤੋਂ ਪਹਿਲਾਂ ਗਡਕਰੀ ਪ੍ਰਧਾਨ ਰਹਿ ਚੁੱਕਿਆ ਪਾਰਟੀ ਦਾ। ਪਾਰਟੀ ਦੇ ਪ੍ਰਧਾਨ ਦੀਆਂ ਪੋਸਟਾਂ ਵੱਡੀਆਂ ਹੁੰਦੀਆਂ ਨੇ, ਐਸੀ ਗੱਲ ਨਹੀਂ। ਜਿਹੜਾ ਪਾਰਟੀ ਦਾ ਪ੍ਰਧਾਨ ਰਹਿ ਚੁੱਕਿਆ ਉਹ ਵੱਡਾ ਹੀ ਹੁੰਦਾ ਉਹਦਾ ਕੱਦ। ਪਰੰਤੂ ਇਹਨਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਿਨਾਂ ਜੋ ਕਦੇ ਇੰਦਰਾ ਗਾਂਧੀ ਵਰਗੇ ਪਰਸਨੈਲਿਟੀਜ਼ ਨੂੰ ਪ੍ਰਧਾਨ ਮੰਤਰੀ ਨੂੰ ਕਿਹਾ ਜਾਂਦਾ ਸੀ, ਤੁਸੀਂ ਸ਼ਾਇਦ ਇਹ ਗੱਲਾਂ ਦੀ ਪੜ੍ਹਿਆ ਹੋਵੇ ਕਿਤੇ। ਅਸੀਂ ਉਦੋਂ ਖਾਸੇ ਕਹਿ ਲਓ, ਮੈਂ 12ਵੀਂ 13ਵੀਂ 'ਚ ਪੜ੍ਹਦਾ ਸੀ। ਦੇਵਕਾਂਤ ਬਰੂਆ ਇੱਕ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਉਸ ਸਮੇਂ, ਜਦੋਂ ਐਮਰਜੈਂਸੀ ਲੱਗੀ, ਤੇ ਉਹਨੇ ਇੱਕ ਬਿਆਨ ਦਿੱਤਾ ਕਿ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ। ਉਹਦਾ ਕਹਿਣ ਤੋਂ ਭਾਵ ਇਹ ਸੀ ਕਿ ਉਹ ਐਡੀ ਵੱਡੀ ਪਰਸਨੈਲਿਟੀ ਹੈ ਕਾਂਗਰਸ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਬਤੌਰ ਪ੍ਰਧਾਨ ਮੰਤਰੀ ਕਿ ਜੇ ਉਹਨੂੰ ਮਨਫੀ ਕਰ ਦਈਏ ਤਾਂ ਇੰਡੀਆ 'ਚ ਕੁਛ ਨਹੀਂ ਰਹਿੰਦਾ। ਠੀਕ ਹੈ ਕਿ ਨਹੀਂ? ਕਿ ਜੇਕਰ ਇੰਡੀਆ ਦੀ ਗੱਲ ਕਰਨੀ ਹੈ ਤਾਂ ਉਹ ਪਰਸਨੈਲਿਟੀ ਇੰਨੀ ਵੱਡੀ ਹੈ, ਉਹਦੀ ਗੱਲ ਕਰਨੀ ਪਊਗੀ। ਉਸੇ ਤਰ੍ਹਾਂ ਲਗਭਗ ਉਸ ਪੈਟਰਨ ਤੇ ਇਹਦੇ ਵਿੱਚ ਕਹਿੰਦੇ ਨੇ ਪਰਸਨੈਲਿਟੀ ਕਲਟ ਕਹਿੰਦੇ ਹਾਂ ਅਸੀਂ, ਕਿ ਕਿਸੇ ਇੱਕ ਪਾਰਟੀ ਦੇ ਵਿੱਚ ਇੱਕ ਪਰਸਨੈਲਿਟੀ ਇੰਨੀ ਜ਼ਿਆਦਾ ਉੱਭਰ ਆਵੇ ਕਿ ਉਦੋਂ ਬਾਅਦ ਸੈਕੰਡ ਲਾਈਨ ਦਾ ਲੀਡਰ ਦਿਖਾਈ ਨਾ ਦੇਵੇ, ਜਿਵੇਂ ਅਕਾਲੀ ਦਲ 'ਚ ਹੋਇਆ। ਅਕਾਲੀ ਦਲ ਦੇ ਵਿੱਚ ਇਹੀ ਹੋਇਆ ਕਿ ਵੱਡੇ ਬਾਦਲ ਸਾਹਿਬ ਤੋਂ ਬਾਅਦ ਥਰਡ ਲਾਈਨ ਦੇ ਲੀਡਰ ਨੇ ਸਾਰੇ, ਸੈਕੰਡ ਲਾਈਨ ਦਾ ਕੋਈ ਲੀਡਰ ਇਹ ਦਿਖਾਈ ਨਹੀਂ ਦਿੰਦਾ ਕਿ ਬਾਦਲ ਸਾਹਿਬ ਤੋਂ ਬਾਅਦ ਆਹ 4-5-6 ਲੀਡਰ ਨੇ। ਇਹ ਨਹੀਂ ਹੈਗਾ ਵੀ ਲੀਡਰ ਨਹੀਂ ਹੁੰਦੇ, ਲੀਡਰ ਹੁੰਦੇ ਨੇ, ਪਰ ਉਹਨਾਂ ਨੂੰ ਮਾਨਤਾ ਨਹੀਂ ਮਿਲਦੀ ਉਸ ਕਿਸਮ ਦੀ, ਜਾਂ ਪਾਸੇ ਕਰ ਦਿੱਤੇ ਜਾਂਦੇ ਨੇ। ਡਿਸੀਜਨ ਮੇਕਿੰਗ ਦੇ ਵਿੱਚ ਉਹਨਾਂ ਦਾ ਰੋਲ ਇੰਨਾ ਛੋਟਾ ਕਰ ਦਿੱਤਾ ਜਾਂਦਾ ਹੈ ਕਿ ਲੋਕਾਂ ਨੂੰ ਇਹ ਨਹੀਂ ਲੱਗਦਾ ਕਿ ਵੀ ਉਸ ਤੋਂ ਬਾਅਦ ਇਹ ਨੇ। ਸੋ ਇਸ ਤਰ੍ਹਾਂ ਹੀ ਜਦੋਂ ਪ੍ਰਧਾਨ ਮੰਤਰੀ ਜੀ ਬਣੇ ਨਰਿੰਦਰ ਮੋਦੀ ਜੀ,
ਨਰਿੰਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਆਪਣਾ ਕੱਦ ਇੰਨਾ ਵੱਡਾ ਕਰ ਲਿਆ ਕਿ ਬਹੁਤ ਸਾਰੀਆਂ ਗੱਲਾਂ, ਪਹਿਲੀ ਗੱਲ ਤਾਂ ਇਹ ਹੋਇਆ ਕਿ ਹੋਮ ਮਿਨਿਸਟਰ ਦਾ ਜਿਹੜਾ ਅਹੁਦਾ ਸੀ ਉਹ ਅਮਿਤ ਸ਼ਾਹ ਜੀ ਨੂੰ ਦੇ ਕੇ, ਅਮਿਤ ਸ਼ਾਹ ਜੀ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਸੀ ਉਸ ਸਮੇਂ। ਉਹ ਜਿਹੜੇ ਇੱਕ ਗੁਜਰਾਤ ਦੇ ਵਿੱਚ ਕੇਸਾਂ 'ਚ ਫਸੇ ਹੋਣਾ ਉਹਨਾਂ ਦਾ, ਭਾਵੇਂ ਉਹ ਬਾਅਦ 'ਚ ਠੀਕ ਹੈ, ਸਾਰਾ ਕੁਝ ਠੀਕ ਹੋ ਗਿਆ, ਪਰ ਉਹ ਐਡਾ ਦਾਗੀ ਹੋਣਾ, ਉਹਦੇ ਬਾਵਜੂਦ ਉਹਨਾਂ ਨੂੰ ਐਡਾ ਵੱਡਾ ਅਹੁਦਾ ਦੇਣਾ। ਉਹ ਐਡਾ ਵੱਡਾ ਅਹੁਦਾ ਦੇਣ ਦਾ ਮਤਲਬ ਇਹ ਸੀ ਕਿ ਉਹਨਾਂ ਨੇ ਅਮਿਤ ਸ਼ਾਹ ਨੂੰ ਇਸ ਤਰ੍ਹਾਂ ਖੜਾ ਕਰ ਲਿਆ ਕਿ ਕਿਤੇ ਵੀ ਕਿਸੇ ਵੀ ਰੋਲ 'ਚ ਅਮਿਤ ਸ਼ਾਹ ਭਾਵੇਂ ਜਿੱਡੇ ਮਰਜ਼ੀ ਹੋਮ ਮਿਨਿਸਟਰ ਦਿਖਾਈ ਦਿੰਦੇ ਹੋਣ, ਪਰ ਉਹ ਮੋਦੀ ਦੇ ਬਰਾਬਰ ਦਾ ਚਿਹਰਾ ਕਦੇ ਨਹੀਂ ਦਿਖਾਈ ਦਿੰਦੇ, ਜਾਂ ਇਹ ਨਹੀਂ ਦਿਖਾਈ ਦਿੰਦੇ ਕਿ ਮੋਦੀ ਤੋਂ ਬਾਅਦ ਜੇ ਪਾਰਟੀ 'ਚ ਕਿਸੇ ਦੀ ਸੁਣਵਾਈ ਹੈ ਤਾਂ ਅਮਿਤ ਸ਼ਾਹ ਦੀ, ਐਦਾਂ ਨਹੀਂ ਹੈ। ਹਾਂ, ਇਹ ਹੋ ਸਕਦਾ ਹੈ ਕਿ ਉਹ ਮੋਦੀ ਦਾ ਜਿਹੜਾ ਨੇੜੇ ਦਾ ਵਿਅਕਤੀ ਹੋਵੇ ਤੇ ਮੋਦੀ ਜੀ ਜੋ ਕਹਿੰਦੇ ਹੋਣ ਉਹ ਕਰਦੇ ਹੋਣ, ਪਰੰਤੂ ਉਹਨਾਂ ਦਾ ਇਮੇਜ ਇਹ ਨਹੀਂ ਹੈਗਾ ਕਿ ਉਹ ਮੋਦੀ ਦੀ ਕਿਸੇ ਗੱਲ ਨੂੰ ਜਿਹੜੀ ਉਹਨਾਂ ਨੂੰ ਲੱਗੇ ਕਿ ਇਹ ਠੀਕ ਨਹੀਂ, ਉਹ ਇੰਨਾ ਦਮ ਰੱਖਦੇ ਹੋਣਗੇ ਮੋਦੀ ਜੀ ਨੂੰ ਕਹਿ ਸਕਦੇ ਹੋਣ ਕਿ ਆਹ ਫੈਸਲਾ ਆਪਣਾ ਠੀਕ ਨਹੀਂ ਹੈਗਾ। ਸੋ ਇਸ ਕਰਕੇ ਉਦੋਂ ਬਾਅਦ ਕੋਈ ਵੀ ਨਹੀਂ ਰਹਿ ਗਿਆ। ਗਡਕਰੀ ਸਾਹਿਬ ਦਾ ਆਪਾਂ ਦੇਖ ਲਿਆ, ਰਾਜਨਾਥ ਜੀ ਦੇਖ ਲਿਆ, ਆਹ ਸਾਰੇ ਐਪੀਸੋਡ ਦੇ ਵਿੱਚ ਕਿਸਾਨਾਂ ਵਾਲੇ 'ਚ ਤਾਂ ਸਾਰੇ ਹੀ ਨੰਗੇ ਹੋ ਗਏ ਨਾ ਕਿਸੇ ਕਮੇਟੀ 'ਚ, ਨਾ ਕਿਸੇ ਮੀਟਿੰਗ 'ਚ। ਈਵਨ ਇੱਥੋਂ ਤੱਕ ਵੀ ਹੋਇਆ ਕਿ ਜਦੋਂ ਸਾਡੇ ਜਿਹੜੇ ਹੁਣ ਉਪ ਰਾਸ਼ਟਰਪਤੀ ਨੇ, ਇਹਨਾਂ ਨੂੰ ਜਦੋਂ ਉਪ ਰਾਸ਼ਟਰਪਤੀ ਲਈ ਬਣਾਇਆ ਗਿਆ ਉਮੀਦਵਾਰ, ਤਾਂ ਵਿੱਚ ਕੁਸਰ ਮੁਸਰ ਇਹ ਆਉਂਦੀ ਹੈ ਕਿ ਇਹ ਐਕਸੈਪਟ ਕਰਨ ਨੂੰ ਤਿਆਰ ਨਹੀਂ ਸੀ। ਉਹ ਸਰਗਰਮ ਰਾਜਨੀਤੀ 'ਚ ਰਹਿਣਾ ਚਾਹੁੰਦੇ ਸੀ, ਪਰੰਤੂ ਇਹਨਾਂ ਨੇ ਜ਼ਬਰਦਸਤੀ ਉਹਨਾਂ ਨੂੰ ਇਹ ਅਹੁਦਾ ਪੇਸ਼ਕਸ਼ ਕੀਤੀ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਲਿਆ ਕੇ ਖੜੇ ਕਰਤਾ ਕਿ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਰਹੀ, ਉਹਨਾਂ ਨੂੰ ਇਹ ਉਹਦਾ ਐਕਸੈਪਟ ਕਰਨਾ ਪਿਆ। ਭਾਵੇਂ ਸ਼ਾਇਦ ਹੁਣ ਫੇਰ ਇੱਦਾਂ ਦੇ ਚਰਚੇ ਹੈਗੇ ਨੇ, ਜਲਦੀ ਹੁਣ ਰਾਸ਼ਟਰਪਤੀ ਦੀ ਚੋਣ ਫੇਰ ਆਊਗੀ, ਉਹਦੇ ਵਿੱਚ ਹੁਣ ਫੇਰ ਉਹ ਜਿਹੜੇ ਉਪ ਰਾਸ਼ਟਰਪਤੀ ਜ਼ਰੂਰ ਕਲੇਮ ਕਰਨਗੇ ਕਿ ਹੁਣ ਮੈਨੂੰ ਰਾਸ਼ਟਰਪਤੀ ਬਣਾਇਆ ਜਾਵੇ। ਹੁਣ ਉਹ ਬਣਾਏ ਜਾਂਦੇ ਨੇ ਜਾਂ ਨਹੀਂ ਬਣਾਏ ਜਾਂਦੇ, ਇਹ ਸਮਾਂ ਦੱਸੇਗਾ। ਇਹਨਾਂ ਗੱਲਾਂ ਮੇਰਾ ਡਿਸਕਸ ਕਰਨ ਤੋਂ ਭਾਵ ਇਹ ਹੈ ਕਿ ਉਸ ਤੋਂ ਬਾਅਦ ਜਿਵੇਂ ਕਿਵੇਂ ਜਿਹੜੇ ਇਹ ਵਿਅਕਤੀਆਂ ਦੀ ਮੈਂ ਇਹੀ ਕਹੂੰਗਾ ਕਿ ਉਹਨਾਂ ਦੀ ਬੇਵਕਤ ਮੌਤ ਹੋ ਗਈ, ਅਰੁਣ ਜੇਤਲੀ ਜੀ ਦੀ ਤੇ ਸੁਸ਼ਮਾ ਸਵਰਾਜ ਦੀ। ਸੁਸ਼ਮਾ ਸਵਰਾਜ ਨੇ ਭਾਵੇਂ ਆਪਣਾ ਦਮਖਮ ਦਿਖਾਇਆ, ਪਰੰਤੂ ਜਦੋਂ ਉਹਨਾਂ ਨੂੰ ਫੋਰਨ ਅਫੇਅਰਸ ਮਿਨਿਸਟਰ ਬਣਾਇਆ ਗਿਆ ਤਾਂ ਕਿਤੇ ਵੀ ਤੁਹਾਨੂੰ ਦਿਖਾਈ ਨਹੀਂ ਦਿੱਤਾ ਕਿ ਸੁਸ਼ਮਾ ਸਵਰਾਜ ਜੀ ਕਿਸੇ ਦੇਸ਼ ਜਾਂਦੇ ਹੋਣ, ਕਿਤੇ ਫੋਰਨ ਪਾਲਿਸੀ ਤੇ ਉਹ ਆਪਣੀ ਛਾਪ ਛੱਡਦੇ ਹੋਣ, ਭਾਵੇਂ ਛੱਡਦੇ ਹੋਣ, ਪਰੰਤੂ ਪੇਪਰ ਤੇ ਜਿਹੜਾ ਕੁਝ ਦਿਖਾਈ ਦਿੰਦਾ ਸੀ ਉੱਥੇ ਪ੍ਰਧਾਨ ਮੰਤਰੀ ਹੀ ਅੱਗੇ ਆ ਜਾਂਦਾ ਸੀ। ਦੂਸਰਾ, ਕੋਈ ਟੀਵੀ ਖਬਰ, ਕੋਈ ਨਿਊਜ਼ਪੇਪਰ ਦੀ ਖਬਰ, ਕੋਈ ਪਾਲਿਸੀ ਤੇ ਡਿਸੀਜ਼ਨ, ਕੋਈ ਇਨਫੋਰਮੇਸ਼ਨ ਪ੍ਰੈਸ ਨੂੰ ਦੇਣੀ, ਉਹ ਏਕਾਧਿਕਾਰ ਬਣ ਗਿਆ ਪ੍ਰਧਾਨ ਮੰਤਰੀ ਦਾ। ਸੰਬੰਧਿਤ ਮੰਤਰੀ ਦਾ ਕੋਈ ਮੀਨਿੰਗ ਨਹੀਂ ਕਿ ਉਹ ਵੀ ਕਿਤੇ ਕੋਈ ਖਬਰ ਦੇਵੇ ਕਿ ਮੇਰੇ ਮੰਤਰਾਲੇ ਨੇ ਆਹ ਫੈਸਲੇ ਲਏ ਨੇ। ਸੋ ਇਸ ਕਰਕੇ ਇਹ ਸਮਝਿਆ ਜਾਂਦਾ ਹੈ ਕਿ ਜਿਹੜਾ ਉਹ ਏਕਾਧਿਕਾਰ ਪਾਰਟੀ ਤੇ ਬਣ ਗਿਆ, ਉਹਦੇ ਵਿੱਚ ਕਿਤੇ ਕੁਸਰ ਮੁਸਰ ਤਾਂ ਹੈਗੀ ਹੈ। ਦੂਜਾ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਪਾਰਟੀ ਤੇ ਆਪਣਾ ਕਬਜ਼ਾ ਇੰਨਾ ਤਕੜਾ ਕਰ ਲੈਂਦੇ ਹੋ ਤੇ ਹਰ ਵਾਰ ਵੋਟਾਂ ਮੰਗਣ ਵੇਲੇ ਤੁਸੀਂ ਇਹ ਕਹਿੰਦੇ ਹੋ ਕਿ ਇਹ ਸਾਰਾ ਮੇਰਾ ਕ੍ਰੈਡਿਟ ਹੈ, ਵੋਟ ਮੈਨੂੰ ਹੀ ਮਿਲਦੀ ਹੈ, ਔਰ ਇਹ ਗੱਲ ਮੈਨੂੰ ਕਿਤੇ ਕਹਿਣ 'ਚ ਗੁਰੇਜ਼ ਨਹੀਂ, ਕਿਸੇ ਹੱਦ ਤੱਕ ਇਹ ਗੱਲ ਵੀ ਸੱਚੀ ਹੈ ਕਿ ਜਦੋਂ ਆਪਾਂ ਬੀਜੇਪੀ ਐਜ਼ ਪਾਰਟੀ ਐਨਾਲਿਸਿਸ ਕਰਦੇ ਹਾਂ ਤਾਂ ਮੋਦੀ ਜੀ ਕੋਲ ਇਹ ਮੰਨਣਾ ਪਊਗਾ ਕਿ ਉਹ ਇੱਕ ਕ੍ਰਿਸਮੈਟਿਕ ਲੀਡਰ ਹੈ। ਕਿਸੇ ਸਮੇਂ ਉਹਨੇ ਵੋਟਾਂ ਨੂੰ ਬਹੁਤ ਜ਼ਿਆਦਾ ਅਟਰੈਕਟ ਕੀਤਾ, ਮਤਲਬ ਇਹ ਤਾਂ ਮੰਨਣਾ ਹੀ ਪਊਗਾ ਨਾ ਕਿ 17 'ਚ ਤਾਂ ਬਹੁਤ ਜ਼ਿਆਦਾ ਹੀ ਕੀਤਾ। ਜੋ ਦੂਜਾ ਇਹ ਵੀ ਜਿੰਨੀਆਂ ਨੀਤੀਆਂ ਉਹਨੇ ਘੜੀਆਂ ਜਾਂ ਉਹਦੀ ਸਲਾਹਕਾਰ ਮੰਡਲੀ ਨੇ ਘੜੀਆਂ, ਉਹਦੇ ਵਿੱਚ ਇਹ ਦਿਖਾਈ ਦਿੰਦਾ ਕਿ ਰਾਜਨਾਥ ਸਿੰਘ, ਗਡਕਰੀ ਜਾਂ ਜਿਹੜੇ ਹੋਰ ਇਹ ਮੰਤਰੀ ਨੇ, ਇਹਨਾਂ ਦੀ ਸਲਾਹ ਉਹ ਕਿਸੇ ਦੀ ਨਹੀਂ ਲੈਂਦੇ। ਆਪਦੀ ਮੰਡਲੀ ਉਹਨਾਂ ਨੇ ਰੱਖੀ ਹੋਵੇ, ਕੋਈ ਥਿੰਕ ਟੈਂਕ ਰੱਖਿਆ ਹੋਵੇ, ਉਹ ਵੱਖਰੀ ਗੱਲ ਹੈ, ਪਰੰਤੂ ਇਹਨਾਂ ਦੀ ਸਲਾਹ ਕਿਤੇ ਝਲਕਦੀ ਨਹੀਂ। ਕੁਦਰਤੀ ਹੈ ਫਿਰ ਇਹ ਕਿਤੇ ਦੁਖੀ ਤਾਂ ਹੋਣਗੇ ਜ਼ਰੂਰ, ਕਿਉਂਕਿ ਇਹ ਵੀ ਉਸ ਲਾਈਨ 'ਚ ਕਿਸੇ, ਜੇ ਆਪਾਂ ਇਹ ਕਹਿ ਸਕਦੇ ਪ੍ਰਧਾਨ ਮੰਤਰੀ ਬਣਨਾ ਵੱਖਰੀ ਗੱਲ ਹੈ, ਪਰ ਉਸ ਤੋਂ ਪਹਿਲਾਂ ਰਾਜਨਾਥ ਸਿੰਘ ਜਾਂ ਗਡਕਰੀ ਜੀ
ਕੋਈ ਇਸ ਤਰ੍ਹਾਂ ਛੋਟੇ ਨੇਤਾ ਨਹੀਂ ਦਿਖਾਈ ਦਿੰਦੇ ਮੋਦੀ ਜੀ ਨਾਲੋਂ ਵੀ ਇਹ ਕਿਸੇ ਛੋਟੇ। ਬੀਜੇਪੀ ਪਾਰਟੀ ਡਿਕਟੇਟਰਸ਼ਿਪ ਵਾਂਗ ਚਲਾਈ ਜਾ ਰਹੀ ਹੈ ਕਿ ਦੂਜਾ ਬੋਲੇ ਨਾ ਕੋਈ ਆਪਣਾ ਵਿਚਾਰ ਇਹਨਾਂ ਰੱਖ ਸਕੇ। ਹਾਂ, ਇਹਦੇ ਵਿੱਚ ਇਹ ਹੋਇਆ ਕਿ ਜਿਵੇਂ ਕਿਵੇਂ ਪ੍ਰਧਾਨ ਮੰਤਰੀ ਬਣ ਕੇ ਮੋਦੀ ਜੀ ਨੇ ਆਪਣੇ ਆਪ ਨੂੰ ਐਦਾਂ ਕੰਡਕਟ ਕੀਤਾ ਕਿ ਬਾਕੀ ਸਾਰਿਆਂ ਦੇ ਕੱਦ ਬੌਨੇ ਕਰਤੇ। ਸਾਰੇ ਡਿਸੀਜਨ ਮੇਕਿੰਗ ਐਦਾਂ ਲਏ ਤੇ ਬਾਕੀ ਬੰਦਿਆਂ 'ਚ ਨਾ ਕਿਸੇ 'ਚ ਹਿੰਮਤ ਰਹੀ, ਨਾ ਕੋਈ ਬੋਲਣ ਦੀ ਦਮ ਦਿਖਾ ਸਕਦਾ ਹੈ। ਦੂਸਰਾ ਇਹ ਹੋਇਆ ਵੀ ਕਿਹਾ ਇਹ ਜਾਂਦਾ ਹੈ ਕਿ ਉਹਨੇ RSS ਨਾਲ ਇਸ ਤਰ੍ਹਾਂ ਦੀ ਅੱਟੀ ਸੱਟੀ ਲਾਈ ਕਿ RSS ਨੇ ਉਹਦੇ ਤੇ ਦਬਾਅ ਰੱਖਿਆ ਕਿ ਮੋਦੀ ਜੀ ਨੇ ਇਹ ਇੰਪ੍ਰੈਸ਼ਨ ਦਿੱਤਾ ਕਿ RSS ਮੇਥੋਂ ਬਹੁਤ ਖੁਸ਼ ਹੈ। ਤੀਸਰਾ, ਉਹਨੇ ਜਿਹੜਾ ਹਿੰਦੂਤਵ ਦਾ ਅਗਰੈਸਿਵ ਏਜੰਡਾ ਸੀ ਉਹਨੂੰ ਦੂਜਿਆਂ ਦੀ ਸਲਾਹ ਨਾਲ ਜਾਂ ਬਿਨਾਂ ਸਲਾਹ ਤੋਂ ਉਹਨੂੰ ਇੰਨਾ ਸਖਤੀ ਨਾਲ ਲਾਗੂ ਕੀਤਾ, ਜਿਹੜਾ ਏਜੰਡਾ ਬੜੀ ਵਾਰ RSS ਦਿਖਾ ਕੇ ਆਪਣਾ ਏਜੰਡਾ ਦਿਖਾ ਕੇ ਵੋਟਾਂ ਬਟੋਰਨ ਦੀ ਗੱਲ ਕਰਦੀ ਸੀ, ਮੋਦੀ ਜੀ ਨੇ ਦਿਖਾਉਣ ਦੀ ਬਜਾਏ ਉਹ ਏਜੰਡਾ ਲਾਗੂ ਕਰਤਾ। ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਆਪਾਂ ਜਿਹੜੀ ਡਿਪਲੋਮੇਸੀ ਹੁੰਦੀ ਹੈ ਨਾ, ਇੱਕ ਕੂਟਨੀਤੀ ਕਹਿੰਦੇ ਹੁੰਦੇ ਨੇ। ਕੂਟਨੀਤੀ ਦਾ ਅਰਥ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਸਾਰੇ ਪੱਤੇ ਨਹੀਂ ਦਿਖਾਉਣੇ ਹੁੰਦੇ। ਸੋ ਮੈਂ ਇਹ ਸਮਝਦਾ ਕਿ ਇਸ ਵਿੱਚ 17 ਤੱਕ ਮੋਦੀ ਜੀ ਨੇ ਜਿਹੜੇ ਆਪਣੇ ਪੱਤੇ ਦਿਖਾਏ ਉਹ ਇੰਨੇ ਅਗਰੈਸਿਵ ਨਜ਼ਰ ਆਏ। ਜਿਹੜਾ ਹਿੰਦੂਤਵਾ ਸੀ ਉਹਨਾਂ ਦਾ ਅਸਲ ਮੁੱਦਾ, ਉਹ ਲੋਕਾਂ ਨੂੰ ਇਹ ਦਿਖਾਈ ਦਿੱਤਾ ਕਿ ਰੀਅਲਿਟੀ ਵਿੱਚ, ਅਸਲੀਅਤ ਵਿੱਚ ਮੋਦੀ ਜੀ ਹੀ ਹਿੰਦੂਤਵਾ ਦੇ ਏਜੰਡੇ ਨੂੰ ਬੇੜਾ ਪਾਰ ਲਾ ਸਕਦੇ ਨੇ ਔਰ ਲਾ ਰਹੇ ਨੇ। ਤੇ 17 ਦੀ ਇਲੈਕਸ਼ਨ ਤੋਂ ਇਮੀਡੀਏਟ ਬਾਅਦ ਜਿਹੜਾ ਉਹਨਾਂ ਨੇ ਕਸ਼ਮੀਰ ਦੇ ਵਿੱਚ ਜੋ ਕੁਝ ਕੀਤਾ ਉਹ ਤੋਂ ਵਾਹਵਾ ਖੱਟੀ, ਭਾਵੇਂ ਉਹਦੇ ਹੋਰ ਕਈ ਸਾਰੇ ਕਾਰਨ ਹੋਣ, ਪਰੰਤੂ ਹੁਣ ਮੈਨੂੰ ਲੱਗ ਰਿਹਾ ਕਿ ਉਹ ਸਾਰਾ ਕੁਝ ਬੈਕਫਾਇਰ ਕਰ ਗਿਆ। ਬੈਕਫਾਇਰ ਇਸ ਕਰਕੇ ਲੱਗਿਆ ਨਾ ਕਿ ਜਿੰਨਾ ਚਿਰ ਤਾਂ ਉਹ ਕੂਟਨੀਤੀ ਦੇ ਤਹਿਤ ਉਹ ਏਜੰਡਾ ਦਿਖਾਉਣ ਲਈ ਸੀ, ਪਰੰਤੂ ਉਹ ਏਜੰਡਾ ਜਦੋਂ ਇਹਨਾਂ ਨੇ ਲਾਗੂ ਕੀਤਾ, ਚਾਹੇ ਉਹ ਗਊ ਰਕਸ਼ਾ ਦੇ ਨਾਂ ਥੱਲੇ ਯੂਪੀ 'ਚ ਅਵਾਰਾ ਪਸ਼ੂ ਫਿਰਦੇ ਹੋਣ, ਇਹੀ ਏਜੰਡਾ, ਇਸ ਤੋਂ ਅੱਗੇ ਫਿਰ ਇਹ ਸਭ ਜਿਹੜਾ ਏਜੰਡਾ ਮੋਦੀ ਜੀ ਚਾਹੁੰਦੇ ਸੀ, ਉਹ ਏਜੰਡਾ ਸਭ ਤੋਂ ਧਲੱਲੇ ਨਾਲ ਜੇ ਕਿਸੇ ਮੁੱਖ ਮੰਤਰੀ ਨੇ ਲਾਗੂ ਕੀਤਾ ਉਹਨੇ ਯੋਗੀ ਜੀ, ਜਿਹੜੇ ਬਿਲਕੁਲ ਮੋਦੀ ਜੀ ਦੀ ਲਾਈਨ ਨੂੰ ਟੋ ਕਰਦੇ ਨੇ। ਮਤਲਬ ਉਹਨਾਂ ਨੇ ਇੱਕ ਵਿਸ਼ੇਸ਼ ਕਮਿਊਨਿਟੀ ਦੇ ਵਿੱਚ ਇਸ ਕਿਸਮ ਦਾ ਭੈ ਪੈਦਾ ਕੀਤਾ ਕਿ ਉਹ ਕਮਿਊਨਿਟੀ ਨੂੰ ਇਸ ਤਰ੍ਹਾਂ ਲੋਕਾਂ ਦੇ ਵਿੱਚ ਨਫ਼ਰਤ ਜਗਾਈ ਪਹਿਲਾਂ, ਫਿਰ ਉਹਨੂੰ ਇੱਦਾਂ ਟਰੀਟ ਕੀਤਾ ਤੇ ਇੱਦਾਂ ਦੋਸ਼ੀ ਠਹਿਰਾਇਆ ਗਿਆ ਵੀ ਜਿਵੇਂ ਸਾਰੇ ਗੁਨਾਹ ਉਹੀ ਜਿਹੜੀ ਕਮਿਊਨਿਟੀ ਹੈ ਉਹ ਇਕੱਲੀ ਕਮਿਊਨਿਟੀ ਕਰਦੀ ਹੈ। ਜੇਕਰ ਉਹ ਕਮਿਊਨਿਟੀ ਸਿਸਟਮ ਵਿੱਚ ਨਾ, ਇੱਥੋਂ ਤੱਕ ਕਿਹਾ ਗਿਆ ਕਿ ਜੇ ਕਮਿਊਨਿਟੀ ਨਾ ਹੋਵੇ ਸ਼ਾਇਦ ਹਿੰਦੁਸਤਾਨ ਬਹੁਤ ਵਧੀਆ ਹੋਵੇ। ਪਰੰਤੂ ਇਹ ਗੱਲ ਭੁੱਲ ਗਏ ਜਿਹੜੇ ਏਜੰਡੇ ਇੱਕ ਹੋਰ ਉਹਨਾਂ ਨੇ ਲਾਗੂ ਕੀਤੇ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਇਹ ਤਿੰਨੇ ਚੀਜ਼ਾਂ ਨੂੰ ਬਿਲਕੁਲ ਟੱਚ ਵੀ ਨਹੀਂ ਕੀਤਾ। ਵਿਕਾਸ ਵਾਲੀ ਗੱਲ ਸੀ, ਉਹਦੇ ਵਿੱਚ ਸਾਡਾ ਬਿਲਕੁਲ ਨੰਗੇ ਹੋ ਗਿਆ ਸੀ, ਸਾਡਾ ਸਿਹਤ ਪੱਖੋਂ ਬਹੁਤ ਬੁਰਾ ਹਾਲ ਹੋ ਗਿਆ। ਕਰੋਨਾ ਨੇ ਬਿਲਕੁਲ ਹੀ ਉਹ ਹੋਰ ਉਜਾਗਰ ਕਰਤਾ। ਡੀਮੋਨੇਟਾਈਜੇਸ਼ਨ ਹੋਈ, ਉਸ ਤੋਂ ਬਾਅਦ ਸਾਡਾ ਅਰਥਚਾਰਾ ਇੰਨਾ ਗਿਰਿਆ, ਤੇਲ ਦੇ ਰੇਟ ਇੰਟਰਨੈਸ਼ਨਲੀ ਇੰਨੇ ਥੱਲੇ ਆਉਣ ਦੇ ਬਾਵਜੂਦ ਇਹਨਾਂ ਦੇ ਟੈਕਸ ਨਾਲ ਉਹ 100 ਤੋਂ ਪਾਰ ਲੰਘ ਗਏ। ਇਹ ਕਹਿੰਦੇ ਅਸੀਂ ਸਿਲੰਡਰ ਦਿੱਤਾ, ਇਹ ਦਿੱਤਾ। ਉਹ ਹੁਣ ਯੂਪੀ ਦੇ ਵਿੱਚ ਬੜਾ ਇਹ ਰੌਲਾ ਪੈ ਰਿਹਾ ਹੈ ਕਿ ਇਹਨਾਂ ਨੇ ਇੱਕ ਨਵੀਂ ਕਲਾਸ, ਜਿਹਦਾ ਨਾਂ ਇਹਨਾਂ ਨੇ BJP ਨੇ ਦਿੱਤਾ ਕਿ ਲਾਭਾਰਥੀ, ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਸਿਲੰਡਰ ਇੱਦਾਂ ਦੇ ਕੋਈ ਲਾਭ ਦਿੱਤੇ ਨੇ ਉਹ ਤਾਂ ਸਾਨੂੰ ਵੋਟਾਂ ਪਾਉਣਗੇ, ਪਰੰਤੂ ਉਹਨਾਂ 'ਚ ਜਿਹੜੇ ਬਹੁਤ ਵੀਕਰ ਸੈਕਸ਼ਨ ਹੈ ਉਹ ਕਿਸੇ ਹੱਦ ਤੱਕ ਮਾੜਾ ਮੋਟਾ ਇਹ ਗੱਲ ਨੂੰ ਰਿਕੋਗਨਾਈਜ਼ ਕਰਦਾ ਹੈ। ਪਰੰਤੂ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਮਾੜੇ ਮੋਟੇ 10ਵੀਂ ਪਾਸ 12ਵੀਂ ਪਾਸ, ਉਹ ਸਭ ਹੁਣ ਇਸ ਗੱਲ ਤੇ ਆ ਗਏ। ਉਹ ਕਹਿੰਦੇ ਵੀ ਯਾਰ ਅਸੀਂ ਤਾਂ ਰੁਜ਼ਗਾਰ ਮੰਗਦੇ ਹਾਂ, ਅਸੀਂ ਇਹ ਕਾਹਦੇ ਲਈ ਮੰਗਣੇ, ਅਸੀਂ ਸਾਰਾ ਕੁਝ ਤੁਹਾਡਾ ਆਟਾ ਦਾਲ ਲਈ ਥੋੜਾ ਅਸੀਂ ਪੈਦਾ ਹੋਏ ਹਾਂ। ਜਾਂ ਰਾਮ ਮੰਦਿਰ ਦੀ ਗੱਲ ਕਰਦੇ ਹਾਂ। ਦੂਜਾ ਇਹ ਸੀ ਰਾਮ ਮੰਦਿਰ ਦਾ ਜਿਹੜਾ ਏਜੰਡਾ ਸੀ, ਬੜੀ ਦੇਰ ਇਹਨਾਂ ਨੇ ਇਹ ਪ੍ਰਚਾਰ ਕਰਕੇ ਕਿ ਜੀ ਮੁਸਲਿਮ ਲੋਕ ਜਿਹੜੇ ਨੇ, ਉਹ ਕਮਿਊਨਿਟੀ ਹੈ ਜਿਹੜੀ, ਉਹ ਸਾਡਾ ਰਾਮ ਮੰਦਿਰ ਬਣਨ ਨਹੀਂ ਦੇ ਰਹੀ। ਹੁਣ ਰਾਮ ਮੰਦਿਰ ਬਣ ਗਿਆ, ਉਹਦਾ ਸਾਰਾ ਕੁਝ ਸ਼ੁਰੂ ਹੋ ਗਿਆ, ਕੰਸਟਰਕਸ਼ਨ ਸ਼ੁਰੂ ਹੋ ਗਈ। ਹੁਣ ਉਹਦੇ ਵਿੱਚ ਗਵਰਨਮੈਂਟ ਨੂੰ ਇਹ ਲੱਗਦਾ ਹੈ, ਗਵਰਨਮੈਂਟ ਨੂੰ ਇਹ ਲੱਗ ਰਿਹਾ ਸੀ ਕਿ ਅਸੀਂ ਇਹ ਪ੍ਰਚਾਰ ਕੇ ਵੀ ਦੇਖੋ ਅਸੀਂ ਰਾਮ ਮੰਦਿਰ ਬਣਾਤਾ, ਪਰ ਲੋਕ ਕਹਿੰਦੇ ਵੀ ਰਾਮ ਮੰਦਿਰ ਦਾ ਬਣਾਤਾ, ਫਿਰ ਉਹ ਵਿਕਾਸ ਕਿੱਥੇ ਹੈ? ਮਤਲਬ ਉਹ ਜਿਹੜੇ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣਾ ਸੀ, ਇਹ ਸੀ। ਉਹ ਜਿਹੜੇ ਅਸਲੀ ਮੁੱਦੇ ਸੀ, ਅਸਲੀ ਮੁੱਦਿਆਂ 'ਚ ਇਹ ਮੁੱਦੇ ਇਸ ਵਾਰ ਜਿਹੜੇ ਉਹ ਚੱਲ ਨਹੀਂ ਰਹੇ। ਜਿਹੜੀ ਤੁਸੀਂ ਬੇਸਿਕ ਗੱਲ ਕੀਤੀ ਹੈ, ਮੈਂ ਹੁਣ ਉੱਥੇ ਆਉਣਾ, ਉਹਦਾ ਇਸ਼ੂ ਇਹ ਹੈ ਕਿ ਜਦੋਂ ਸਾਰੇ ਕ੍ਰੈਡਿਟ
ਪਾਰਟੀ ਦਾ ਇੱਕ ਬੰਦਾ ਲੈਂਦਾ ਹੈ ਕਿ ਦੇਖੋ ਮੇਰੀਆਂ ਨੀਤੀਆਂ ਕਰਕੇ, ਮੇਰੇ ਕ੍ਰਿਸ਼ਮਈ ਅੰਦਾਜ਼ ਕਰਕੇ, ਮੇਰੇ ਕ੍ਰਿਸ਼ਮਈ ਵਿਵਹਾਰ ਕਰਕੇ ਮੈਨੂੰ ਧੜਾ-ਧੜ ਵੋਟਾਂ ਪੈ ਰਹੀਆਂ ਨੇ। ਔਰ ਉਹਦੇ ਵਿੱਚ ਸਮਾਜਿਕ ਵਿਗਿਆਨ ਦੇ ਪੱਖ ਤੋਂ, ਆਰਥਿਕ ਵਿਗਿਆਨ ਦੇ ਪੱਖ ਤੋਂ, ਸਾਇੰਸ ਦੇ ਪੱਖ ਤੋਂ ਜਦੋਂ ਉਹ ਆਪਣਾ ਬਿਆਨ ਜਾਰੀ ਕਰਦੇ ਨੇ ਮੋਦੀ ਜੀ, ਉਹ ਕਈਆਂ ਨੂੰ ਮੌਕੇ ਤੇ ਨਹੀਂ ਪਤਾ ਲੱਗਦਾ, ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜੀ ਮਤਲਬ ਇਹ ਸੱਚ ਬੋਲਦੇ ਨੇ, ਪਰ ਦੂਜੇ ਦਿਨ ਅਖਬਾਰਾਂ 'ਚ ਪਤਾ ਲੱਗਦਾ ਵੀ ਇਹਦਾ ਫੈਕਚੁਅਲ ਤਾਂ ਸਾਰਾ ਕੁਝ ਹੀ ਝੂਠ ਹੈ, ਇਹਦਾ ਹੋਰ ਹੀ ਕੁਝ ਬੋਲੀ ਜਾਂਦੇ ਨੇ। ਠੀਕ ਹੈ ਨੀ? ਸੋ ਉਸ ਗੱਲ ਤੋਂ ਆ ਕੇ ਜਦੋਂ ਉਹ ਪਕੜੇ ਜਾਂਦੇ ਨੇ, ਉਹ 'ਚ ਲੋਕਾਂ ਦੇ ਵਿੱਚ ਇਹਦਾ ਇੰਨਾ ਤਕਰਾਰ ਹੋਇਆ। ਯੂਪੀ ਦੇ ਵਿੱਚ ਵੀ ਹੁਣ ਇਹੀ ਗੱਲ ਆ ਰਹੀ ਹੈ ਕਿ ਇਸ ਵਾਰ ਜਿਹੜਾ ਅਖਿਲੇਸ਼ ਕਾਮਯਾਬ ਹੋ ਰਿਹਾ ਹੈ, ਮੈਨੂੰ ਨਹੀਂ ਪਤਾ ਹੋਏਗਾ ਕਿ ਨਹੀਂ, ਮਤਲਬ ਇੱਦਾਂ ਦੀਆਂ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਿਹੜਾ ਅਖਿਲੇਸ਼ ਦੇ ਕਾਮਯਾਬ ਹੋਣ ਦਾ ਇੱਕ ਪੱਖ ਹੈ ਕਿ ਅਖਿਲੇਸ਼ ਨੇ ਵੀ ਜ਼ੋਰ ਲਗਾਇਆ, ਪਰੰਤੂ ਬੀਜੇਪੀ ਦੇ ਵਿਰੁੱਧ ਜਿਹੜੀ ਇਹਨਾਂ ਨੇ ਗਿਣਤੀ ਮਿਣਤੀ ਕੀਤੀ ਸੀ ਕਿ ਆਹ ਫੈਕਟਰ ਜਿਹੜੇ ਵਿਸ਼ੇਸ਼ ਜਾਤੀਆਂ, ਜਿਹੜੀਆਂ ਨੀਵੇਂ ਵਰਗ ਦੀਆਂ ਜਾਤੀਆਂ, ਉਹਨਾਂ ਨੂੰ ਅਸੀਂ ਨਾਲ ਲਾ ਲਾਂਗੇ, ਜਿਹੜੀਆਂ ਨੇ 17 'ਚ ਉਹਨਾਂ ਦਾ ਸਾਥ ਦਿੱਤਾ, ਉਹਨਾਂ 'ਚੋਂ ਬਹੁਤ ਸਾਰੇ ਸਮੂਹ ਨੇ, ਜਾਤੀ ਸਮੂਹ ਨੇ ਜਿਹੜੇ ਉਹ ਉਲਟ ਹੋਏ ਖੜੇ ਨੇ ਯੂਪੀ 'ਚ। ਔਰ ਉਹਨਾਂ ਦੀ ਇੰਟਰਵਿਊਜ਼ ਟੀਵੀ ਵਗੈਰਾ ਤੇ ਦੇਖਦੇ ਆ ਤਾਂ ਉਹਦੇ ਵਿੱਚ ਯੂਥ ਸਪੈਸ਼ਲੀ ਕਹਿੰਦਾ ਵੀ ਨਾ ਸਾਡੇ ਕੋਲ ਰੁਜ਼ਗਾਰ ਹੈ, ਨਾ ਸਾਡੇ ਕੋਲ ਰੋਟੀ ਹੈ। ਆਹੀ ਗੱਲ ਹੈ ਧਾਲੀਵਾਲ ਸਾਹਿਬ। ਪਰ ਜਿਹੜੀ ਯੋਗੀ ਦੀ ਰਾਜਨੀਤੀ ਹੋਊਗੀ ਉਹ ਤਾਂ ਨਿਰੀ ਡਿਪੈਂਡ ਕਰਦੀ ਹੈ ਧਰਮ ਦੇ ਉੱਤੇ, ਮੱਠ ਦੇ ਉੱਤੇ। ਫਿਰ ਦੇਸ਼ ਕਿਹੜੀ ਦਿਸ਼ਾ ਵੱਲ ਜਾਊਗਾ? ਜੇਕਰ ਪਹਿਲੀ ਗੱਲ ਤਾਂ ਇਹ ਹੈ ਨਾ ਕਿ ਇਹ ਤਾਂ ਹੁਣ ਇਹਨਾਂ ਨੂੰ ਰਿਵਿਊ ਕਰਨਾ ਪਊਗਾ। ਇਹ ਥੋੜਾ ਜਿਹਾ ਯੋਗੀ ਦੀ ਨੀਤੀ ਇੱਦਾਂ ਹੀ ਹੋਊਗੀ, ਇਹ ਤਾਂ ਹੋ ਸਕਦਾ ਹੁਣ ਆਉਣ ਵਾਲੇ ਸਮੇਂ 'ਚ ਮੋਦੀ ਜੀ ਨੂੰ ਵੀ ਬਦਲਣੀ ਪਵੇ। ਪਰੰਤੂ ਇਹਨਾਂ ਨੂੰ ਜਿਹੜਾ ਭਰਮ ਸੀ ਮੋਦੀ ਜੀ ਨੂੰ ਕਿ ਇਸ ਰਾਜਨੀਤੀ ਦੇ ਸਿਰ ਤੇ ਮੈਂ ਸਾਰਾ ਕੁਝ ਠੀਕ ਕਰ ਲਾਂਗਾ, ਉਹ ਮੈਨੂੰ ਇਹ ਲੱਗ ਰਿਹਾ ਕਿ ਉਹ ਸਾਰਾ ਕੁਝ ਠੀਕ ਨਹੀਂ ਹੋਇਆ। ਦੂਸਰਾ, ਇਹ ਵੱਖ-ਵੱਖ ਸਮਿਆਂ ਤੇ ਇਸ ਤਰ੍ਹਾਂ ਦੇ ਸਟੈਂਡ ਲੈਂਦੇ ਗਏ ਜਿਹੜੇ ਉਹ ਸਟੈਂਡ ਜਿਹੜੇ ਗਲਤ ਸਾਬਤ ਹੋਏ। ਅੱਜ ਹੀ ਮੈਂ ਟੀਵੀ ਤੇ ਕੋਈ ਕਿਸੇ ਦੀ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜੀ ਜਿੱਦੇ ਹੁਣ ਇੱਥੇ ਆਏ ਜਾਂ ਯੋਗੀ ਜੀ ਜਦੋਂ ਅਯੁੱਧਿਆ ਇੱਕ ਵੱਡਾ ਸਮਾਗਮ ਕੀਤਾ, ਉਹ ਕਹਿੰਦੇ ਜੀ ਉੱਥੇ ਉਹਨਾਂ ਨੇ 2000 ਬੱਸ ਹਾਇਰ ਕਰਕੇ ਲੋਕਾਂ ਨੂੰ ਢੋਣ ਲਈ ਲਗਾਈ। ਉਹ ਕਹਿੰਦਾ ਕਿੰਨਾ ਚੰਗਾ ਹੁੰਦਾ ਜੀ ਇਹੀ 2000 ਬੱਸ ਜਦੋਂ ਆਪਣਾ ਇਹ ਸੀ ਐਪੀਡੈਮਿਕ ਕਰੋਨਾ ਵਾਲਾ, ਕਿ ਉਦੋਂ ਹਾਇਰ ਕਰਕੇ ਲੋਕਾਂ ਨੂੰ ਆਪੋ ਆਪਦੇ ਘਰੀ ਪਹੁੰਚਾ ਦਿੰਦੇ, ਮਤਲਬ ਸ਼ਾਇਦ ਇਹ ਸਾਰਾ ਕੁਝ ਨਾ ਇੰਨਾ ਜਲੂਸ ਨਾ ਨਿਕਲਦਾ। ਮਤਲਬ ਇਹ ਸਾਰੀ ਮਿਸਮੈਨੇਜਮੈਂਟ ਹੋਈ ਹੈ। ਇਹ ਜੱਜਮੈਂਟਲ ਐਰਰ ਨੇ। ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਨੀਤੀ 'ਚ ਇਹ ਉਹਨਾਂ ਦੀ ਜੱਜਮੈਂਟ ਸੀ ਕਿ ਅਸੀਂ ਇਕੱਲੇ ਇਸ ਏਜੰਡੇ ਦੇ ਨਾਲ ਹੀ ਕੰਮ ਚਲਾ ਲਾਂਗੇ, ਜਦੋਂ ਕਿ ਸੱਚਾਈ ਇਹ ਹੈ, ਇਹ ਸਾਡੇ ਮੁਲਕ ਦੀ ਵੀ, ਸਾਡੀ ਸਟੇਟ ਦੀ ਵੀ, ਦੋਵੇਂ ਪਾਸੇ ਇਹ ਹੈ ਕਿ ਅਸੀਂ ਆਰਥਿਕ ਤੌਰ ਤੇ ਬਹੁਤ ਵੱਡੀ ਤੰਗੀ 'ਚ। ਜਿੰਨਾ ਚਿਰ ਉਹ ਆਰਥਿਕ ਸੁਧਾਰ ਜਿਹੜੇ, ਇਹ ਤਾਂ ਆਰਥਿਕ ਸੁਧਾਰਾਂ ਦੇ ਨਾਂ ਤੇ ਵੱਡੇ ਵੱਡੇ ਵਪਾਰੀਆਂ ਨੂੰ ਪੈਸੇ ਦੇਣ ਜਾ ਰਹੇ ਨੇ ਨਾ, ਮਤਲਬ ਉਹ ਉਹਨਾਂ ਨਾਲ ਸੌਦੇ ਪੱਤੇ ਹੁੰਦੇ ਨੇ ਜਿਹੜੇ, ਉਹਨਾਂ ਨੂੰ ਅਮੀਰ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਪਰ ਇਹ ਆਰਥਿਕ ਸੁਧਾਰ ਦੇ ਤੌਰ ਤੇ ਜਿੰਨਾ ਚਿਰ ਸਾਡਾ ਖਜ਼ਾਨਾ ਨਹੀਂ ਸੂਤ ਆਉਂਦਾ, ਉਹਨਾਂ ਚਿਰ ਇਹਨਾਂ ਕੋਲੇ ਸੁਧਾਰਾਂ ਲਈ ਕੋਈ ਬਹੁਤ ਪੈਸਾ ਨਹੀਂ। ਪੰਜਾਬ ਤਾਂ ਐਡੀ ਗਰੀਬ ਸਟੇਟ ਹੁੰਦੀ ਜਾ ਰਹੀ ਹੈ। ਅੱਜ ਫੇਰ ਇੱਦਾਂ ਦੀਆਂ ਖਬਰਾਂ ਨੇ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਸਾਨੂੰ ਤਨਖਾਹਾਂ ਦੇਣੀਆਂ ਬਿਲਕੁਲ ਮੁਸ਼ਕਲ ਕੰਮ ਹੋ ਜਾਏਗਾ। ਸੋ ਹੁਣ ਮੋਟੇ ਰੂਪ 'ਚ ਆਪਾਂ ਗੱਲ ਇਹ ਕਰੀਏ ਕਿ ਜਦੋਂ ਮੋਦੀ ਜੀ ਇਹ ਸਾਰੀਆਂ ਗੱਲਾਂ ਦਾ ਕ੍ਰੈਡਿਟ ਲੈਂਦੇ ਨੇ ਕਿ ਮੇਰੇ ਕਰਕੇ ਹੋਇਆ, ਮੈਂ ਜੇ ਸ਼ਬਦ ਲਾ ਕੇ ਕਹਿਣਾ, ਕਿਉਂਕਿ ਪਿਛਲੇ ਸਮੇਂ 'ਚ ਜਿਹੜਾ ਕੁਝ ਵਾਪਰ ਰਿਹਾ ਹੈ, 1917 ਦੀ ਇਲੈਕਸ਼ਨ ਜਿਵੇਂ ਕਿਵੇਂ ਇਹਨਾਂ ਨੇ ਜਿੱਤ ਲਈ, ਪਰ 1917 ਤੋਂ ਬਾਅਦ ਜੇ ਆਪਾਂ ਸਾਰਾ ਕੁਝ ਦੇਖਦੇ ਜਾਈਏ, ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਹਾਰੀ, ਛੱਤੀਸਗੜ੍ਹ ਦੇ ਵਿੱਚ ਬੀਜੇਪੀ ਹਾਰੀ, ਬੰਗਾਲ ਦੇ ਵਿੱਚ ਬੀਜੇਪੀ ਹਾਰੀ, ਹਰਿਆਣਾ ਰਹਿ ਗਿਆ ਇਹਨਾਂ ਕੋਲ, ਉੱਤਰਾਖੰਡ ਦੇ ਵਿੱਚ ਫੇਰ ਇਸ ਵਾਰ ਕੰਪੀਟੀਸ਼ਨ ਹੈ, ਪਤਾ ਨਹੀਂ ਕੀ ਬਣਦਾ ਹੈ। ਯੂਪੀ ਦੇ ਵਿੱਚ ਲੱਗਦਾ ਹੈ ਬਈ ਜੋ ਰਿਪੋਰਟਾਂ ਨੇ ਕਿ ਬੀਜੇਪੀ ਸੰਕਟ 'ਚ ਹੈ। ਜੇ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵਿੱਚ ਬੀਜੇਪੀ ਹਾਰ ਜਾਂਦੀ ਹੈ, ਹਿੰਦੀ ਬੈਲਟ ਕਹਿੰਦੇ ਜਿਹਨੂੰ ਆਪਾਂ, ਬਿਹਾਰ ਦੇ ਵਿੱਚ ਫਿਰ ਇੱਕ ਦੁਬਾਰਾ ਰੌਲਾ, ਹੁਣ ਫਿਰ ਇਹ ਘੁਸਰ-ਮੁਸਰ ਚੱਲ ਰਹੀ ਹੈ ਕਿ ਬਿਹਾਰ ਦੇ ਵਿੱਚ ਹੋ ਸਕਦਾ ਹੈ ਕਿ ਨਤੀਸ਼ ਜੀ ਫਿਰ ਬਾਹਰ ਆ ਜਾਣ ਬੀਜੇਪੀ ਤੋਂ, ਕਿਉਂਕਿ ਉਹ ਜਾਤੀ ਜਿਹੜੀ ਪੋਲੀਟਿਕਸ ਹੈ ਨਾ, ਉਹ 'ਚ ਨਤੀਸ਼ ਜੀ ਨੂੰ ਲੱਗਦਾ ਵੀ ਆਪਾਂ ਫਸ ਜਾਾਂਗੇ। ਹੋ ਸਕਦਾ ਹੈ, ਮੈਂ ਨਹੀਂ ਕਹਿੰਦਾ ਇਹ ਕਿਆ ਸਰਾਈਆਂ ਨੇ। ਤੇ ਅਗੇਨ ਹਰਿਆਣੇ ਦੇ ਵਿੱਚ ਵੀ ਬੜਾ ਚਿਰ ਚੱਲਣ ਵਾਲਾ ਨਹੀਂ ਕੰਮ। ਬਿਲਕੁਲ, ਹਰਿਆਣੇ ਦੇ ਵਿੱਚ ਵੀ ਸੰਕਟ ਆ ਗਿਆ। ਤੇ ਫਿਰ ਪੂਰੇ ਇੰਡੀਆ 'ਚ ਮੈਨੂੰ ਦਿਖਾਓ ਨਾ, ਫਿਰ ਬੀਜੇਪੀ ਰਹੂਗੀ ਕਿੱਥੇ? ਜੇ ਆਪਾਂ ਮਹਾਰਾਸ਼ਟਰ 'ਚ
ਉੱਥੇ ਹਾਰੀ। ਮਤਲਬ ਪਿਛਲੇ ਸਮੇਂ ਦੇ ਵਿੱਚ ਭਾਵੇਂ ਆਪਾਂ ਦੇਖਣ ਨੂੰ ਲੱਗੀ ਜਾਂਦਾ ਕਿ ਬੀਜੇਪੀ ਸਟਰੋਂਗ ਹੈ, ਗੋਆ ਦੇ ਵਿੱਚ ਹਾਰੀ, ਗੋਆ ਠੀਕ ਹੈ, ਬਾਅਦ ਵਿੱਚ ਤੋੜਪਨ ਕਰਕੇ ਸਰਕਾਰਾਂ ਬਣਾ ਲੀਆਂ, ਉਹ ਵੱਖਰੀ ਗੱਲ ਹੈ, ਇੱਕ ਵਾਰ ਤਾਂ ਹਾਂ ਬਿਲਕੁਲ। ਮਤਲਬ ਇੱਥੋਂ ਸੰਕੇਤ ਇਹ ਮਿਲਦੇ ਨੇ ਕਿ ਇਹ ਜਿਹੜੀ ਅਸਲ 'ਚ ਐਂਟੀ ਇਨਕੰਬੈਂਸੀ ਹੈ ਕਿ ਇਹਨਾਂ ਨੂੰ ਬੀਜੇਪੀ ਨੂੰ ਇੱਕ, ਜਾਂ ਬੀਜੇਪੀ ਦੇ ਜਿਹੜਾ ਰੋਸ਼ਨ ਦਿਮਾਗ ਲੀਡਰ ਸੀ, ਅਸੀਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਹੀ ਕਵਾਂਗੇ, ਕਿ ਉਹਨਾਂ ਨੂੰ ਇਹ ਭਰਮ ਰਿਹਾ ਕਿ ਕੱਲੇ ਹਿੰਦੂਤਵਾ ਦੇ ਨਾਮ ਤੇ ਅਸੀਂ ਚਲਾਈ ਚੱਲਾਂਗੇ, ਜਾਂ ਜਿਹੜਾ ਇੱਕ ਡਿਫਾਈਨਡ ਇਹਨਾਂ ਦਾ ਰਾਸ਼ਟਰਵਾਦ ਸੀ। ਪਰੰਤੂ ਹੁਣ ਉਹ ਕਿਸੇ ਹੱਦ ਤੱਕ ਐਂ ਲੱਗਦਾ ਵੀ ਉਹਦਾ ਸੈਚੂਰੇਸ਼ਨ ਪੁਆਇੰਟ ਆ ਗਿਆ, ਹੁਣ ਇਸ ਤੋਂ ਅੱਗੇ ਉਹ ਏਜੰਡਾ ਨਹੀਂ ਚੱਲਣਾ, ਕੋਈ ਹੋਰ ਏਜੰਡਾ ਚਲਾਉਣਾ ਪੈਣਾ। ਜਦੋਂ ਕੋਈ ਹੋਰ ਏਜੰਡਾ ਚਲਾਉਣਾ ਪੈਂਦਾ, ਇਹ ਬੜੀ ਪ੍ਰੋਬਲਮ ਹੁੰਦੀ ਹੈ ਜਦੋਂ ਇੱਕ ਲੀਡਰ ਦਾ ਇਮੇਜ ਇਹ ਬਣ ਜੇ ਕਿ ਇਹ ਹਾਰਡ ਕੋਰ ਲੀਡਰ ਹੈ। ਹੁਣ ਜਦੋਂ ਉਹ ਸੌਫਟ ਕੋਰ ਵਾਲਾ ਏਜੰਡਾ ਚਲਾਊਗਾ, ਉਹ ਸੇਮ ਆਦਮੀ ਤੋਂ ਐਕਸੈਪਟੈਂਸ ਨਹੀਂ ਹੁੰਦੀ ਪਬਲਿਕ ਦੇ ਵਿੱਚ। ਹੁਣ ਉਹ ਜਿੰਨੇ ਮਰਜ਼ੀ ਵਿਕਾਸ ਕਹੀ ਜਾਣ। ਇਸ ਕਰਕੇ ਇੱਕ ਤਾਂ ਇਹ, ਦੂਜਾ ਉਹ ਏਜੰਡਾ ਜਦੋਂ ਪਿੱਛੇ ਜਾਊਗਾ, ਮੈਨੂੰ ਇਹ ਲੱਗਦਾ ਵੀ ਉਹਦੇ ਨਾਲ ਜੋਗੀ ਜੀ ਨੂੰ ਵੀ ਲਿਆਉਣਾ ਮੇਰੇ ਖਿਆਲ ਮੁਤਾਬਕ ਮੁਸ਼ਕਲ ਹੋ ਜਾਊਗਾ। ਉਹ ਜਿਹੜੀ ਤੁਸੀਂ ਬਿਆਨ ਦੇ ਦੋ ਕਾਰਨ ਹੋ ਸਕਦੇ ਨੇ। ਉਹਦਾ ਕਾਰਨ ਇੱਕ ਵੱਡਾ ਇਹ ਹੋ ਸਕਦਾ ਹੈ ਕਿ ਯੂਪੀ ਦੀ ਇਲੈਕਸ਼ਨ ਜਿੱਤਣ ਲਈ ਤੁਹਾਡੇ ਸਾਹਮਣੇ ਕਾਂਗਰਸ ਨੇ ਵੀ ਤਾਂ ਦੇਖੋ ਨਾ, ਚੰਨੀ ਦਾ ਕਿੱਡਾ ਵਧੀਆ ਪੱਤਾ ਖੇਡਿਆ। ਬਿਲਕੁਲ, ਉਹ ਹੋ ਸਕਦਾ ਹੈ ਕਿ ਉਹ ਬਿਆਨ ਦੀ ਪੋਸੀਬਿਲਿਟੀ ਇਹ ਹੈ ਕਿ ਯੂਪੀ ਦੀ ਇਲੈਕਸ਼ਨ ਜਿੱਤਣ ਲਈ ਉਹ 'ਚ ਜੋਗੀ ਜੀ ਦਾ ਫੇਰ ਗੋਰਖਪੁਰ ਦੇ ਵਿੱਚ ਸਪੈਸ਼ਲ ਆ ਕੇ ਇਸ ਫੇਜ਼ ਦੇ ਵਿੱਚ ਆਉਂਦਾ ਨਾ ਉਹ ਬਿਆਨ, ਇਹ ਏਰੀਆ ਯੂਪੀ ਜੀ ਦਾ, ਜੋਗੀ ਜੀ ਦਾ ਗੜ੍ਹ ਹੈ। ਹੋ ਸਕਦਾ ਯੂਪੀ ਦੇ ਵਿੱਚ ਜੋਗੀ ਜੀ ਦਾ ਗੜ੍ਹ ਮਜ਼ਬੂਤ ਹੋ ਜਾਵੇ, ਕਿਉਂਕਿ ਉੱਥੇ ਵੀ ਹਿੱਲਿਆ ਲੱਗਦਾ ਉਹ ਵੀ। ਇਸ ਕਰਕੇ ਹੋ ਸਕਦਾ ਹੈ ਕਿ ਉਹਦੇ ਵਿੱਚ, ਜਿਵੇਂ ਆਪਾਂ ਕਹਿੰਦੇ ਹਾਂ ਭਗਵੰਤ ਮਾਨ ਨੂੰ ਧੂਰੀ ਤੋਂ ਬਤੌਰ ਸੀਐਮ ਲਾਤਾ, ਉਹਦੇ ਵਿੱਚ ਚੰਨੀ ਨੇ ਭਦੌੜ ਤੋਂ ਬਤੌਰ ਸੀਐਮ ਆਪਦੇ ਕਾਗਜ਼ ਭਰੇ। ਮਤਲਬ ਇਹ ਉਹ ਹੈ ਜਾਂ ਪੈਂਤੜਾ ਨਾ ਹੋਵੇ, ਜ਼ਰੂਰੀ ਨਹੀਂ ਹੈਗਾ ਕਿ ਬਿਲਕੁਲ ਇਹ ਹੋ ਸਕਦਾ, ਜ਼ਰੂਰੀ ਨਹੀਂ ਹੈਗਾ ਕਿ ਜੋਗੀ ਜੀ ਨੂੰ ਪ੍ਰਧਾਨ ਮੰਤਰੀ ਹੀ ਪ੍ਰੋਜੈਕਟ। ਹਾਂ, ਇੱਕ ਗੱਲ ਆਪਾਂ ਜ਼ਰੂਰ ਕਹਿੰਦੇ ਹਾਂ ਕਿ ਇਸ ਦੇ ਅੰਦਰ ਇਸ ਤਰ੍ਹਾਂ ਦੀਆਂ ਕੋਈ ਕਣਸੂਆਂ ਆ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਰਾਜਨਾਥ ਸਿੰਘ, ਗਡਕਰੀ, ਇਹ ਦੋ ਨੇਤਾ ਹੋ ਸਕਦੇ ਨੇ ਜਿਨ੍ਹਾਂ ਦਾ ਮੋਦੀ ਜੀ ਜਾਂ ਜੋਗੀ ਜੀ ਵਾਂਗੂ ਐਦਾਂ ਦਾ ਇਮੇਜ ਨਹੀਂ ਹੈ ਕਿ ਉਹ ਇਕੱਲੇ ਹਿੰਦੂਤਵਾ ਤੇ ਚੱਲਦੇ ਨੇ। ਉਹਨਾਂ ਨੂੰ ਅੱਗੇ ਲਾ ਕੇ ਸ਼ਾਇਦ ਕੋਈ ਪਰਖ ਕੀਤੀ ਜਾਵੇ, ਪਰ ਇਹ ਐ ਲੱਗਦਾ ਮੈਨੂੰ ਵੀ ਇਹ 24 ਦੀ ਇਲੈਕਸ਼ਨ ਹਾਰਨ ਤੋਂ ਬਾਅਦ ਇਹੋ ਜਿਹਾ ਕੁਝ ਹੋ ਸਕਦਾ। 24 ਤੱਕ ਤਾਂ ਹੁਣ ਮੋਦੀ ਜੀ ਚੱਲਣਗੇ ਤੇ 24 ਦਾ ਇਮਤਿਹਾਨ ਹੈ ਜਿਹੜਾ, ਉਹ ਮੇਰਾ ਖਿਆਲ ਹੈ ਮੋਦੀ ਜੀ ਦੇ ਉੱਤੇ ਹੀ ਲੜਿਆ ਜਾਏਗਾ। ਉਸ ਤੋਂ ਬਾਅਦ ਕਾਮਯਾਬ ਹੁੰਦੇ ਨੇ, ਫੇਲ ਹੁੰਦੇ ਨੇ, ਇਹ ਰਿਵਿਊ ਜੋ ਮੈਨੂੰ ਲੱਗਦਾ ਹੈ ਉਹ ਉਦੋਂ ਬਾਅਦ ਹੋਣਗੇ। ਕਿਉਂਕਿ ਜਦੋਂ ਇਮੀਡੀਏਟ ਬਾਅਦ ਜਾਂ ਤਾਂ ਅਮਰਿੰਦਰ ਸਿੰਘ ਵਾਂਗੂ ਮੋਦੀ ਨੂੰ ਹੁਣੀ ਹਟਾ ਕੇ ਹੁਣ ਕੋਈ ਪ੍ਰਧਾਨ ਮੰਤਰੀ ਬਣਾਇਆ ਜਾਵੇ, ਮੈਨੂੰ ਇਹਦੀ ਸੰਭਾਵਨਾ ਨਹੀਂ। ਸੋ ਇਸ ਕਰਕੇ ਇਹ ਹੈ ਵੀ ਮੋਦੀ ਜੀ ਹੀ ਰਹਿਣਗੇ। ਮੋਦੀ ਜੀ ਤੋਂ ਬਾਅਦ ਸਰਕਾਰ ਆਏਗੀ ਨਹੀਂ ਆਏਗੀ, ਇਹ ਅਜੇ ਬਹੁਤ ਵੱਡਾ ਸਵਾਲ ਹੈ। ਇਸ ਕਰਕੇ ਇਹਦੇ ਵਿੱਚ ਨਾ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੀ ਗੱਲ ਕਿ ਜੇ ਮੋਦੀ ਜੀ ਨੂੰ ਰਿਪਲੇਸ ਕਰਕੇ ਅੱਗੇ ਤੋਂ ਜਾਂ ਹੁਣ ਤੋਂ ਜੋਗੀ ਜੀ ਨੂੰ ਬਣਾਇਆ ਜਾਏਗਾ, ਤਾਂ ਮੇਰਾ ਖਿਆਲ ਹੈ ਕਿ ਇਹ ਕੋਈ ਵੋਟਰ ਨੂੰ ਬਹੁਤ ਜ਼ਿਆਦਾ ਅਪੀਲ ਨਹੀਂ ਕਰੇਗਾ ਇਹ ਸਾਰਾ ਕੁਝ, ਪ੍ਰਭਾਵਿਤ ਨਹੀਂ, ਬਲਕਿ ਅੰਦਰ ਜਿਹੜੇ ਹੋਰ ਸੀਨੀਅਰ ਲੀਡਰ ਬੈਠੇ ਨੇ ਉਹਨਾਂ ਦੇ ਵਿੱਚ ਖਲਬਲੀ ਜ਼ਿਆਦਾ ਮਚਾਏਗਾ, ਮੈਨੂੰ ਨਹੀਂ ਲੱਗਦਾ ਜੀ। ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ ਤੁਹਾਡਾ, ਧੰਨਵਾਦ, ਮਿਹਰਬਾਨੀ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਅਨੰਦ ਸਿੰਘ ਧਾਲੀਵਾਲ ਸਾਹਿਬ ਨਾਲ ਅਸੀਂ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕੀਤੀ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਹਰ ਵਾਰ ਦੀ ਤਰ੍ਹਾਂ ਸਾਨੂੰ ਆਪਣਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।